भाषा या बोली। बोली से वैसे आप सभी छात्र वर्ग जानते हो, अपने जो मनों के विचार हैं, अपने मन में जो विचार उठते हैं, हम इन विचारों को दूसरे लोगों तक पहुंचाते हैं या दूसरों के विचार सुनते हैं। उन शब्दों को हम दूसरों तक जिस भाषा या बोली से समझाते हैं उनको बोली कहते हैं, भाषा कहते हैं। ये हर जगह अलग अलग भाषाएं होती है। लगभग 40-50 किलोमीटर पर भाषा या बोली में अंतर भी पाया जाता है। तो अपने राजस्थान में भी कई प्रकार की बोलियां बोली जाती है, लेकिन मुख्य तौर पे भाषा क्या होती है इसके बारे में अपने चर्चा करेंगे। किसी इलाके ਦੇ ਵਸਨੀਕ ਜਿਹੜੇ ਬੋਲਾਂ ਰਾਹੀਂ ਬੋਲ ਕੇ ਜਾਂ ਲਿਖ ਕੇ ਆਪਣੇ ਭਾਵਾਂ ਜਾਂ ਵਿਚਾਰਾਂ ਨੂੰ ਦੂਜਿਆਂ ਨੂੰ ਸਮਝਾਉਂਦੇ ਜਾਂ ਸਮਝਦੇ ਹਨ, ਉਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਰਾਹੀਂ ਭਾਵਾਂ ਦਾ, ਵਿਚਾਰਾਂ ਦਾ ਪ੍ਰਗਟਾਵਾ ਦੋ ਤਰ੍ਹਾਂ ਨਾਲ ਹੋ ਸਕਦਾ ਹੈ, ਇੱਕ ਬੋਲ ਕੇ ਜਾਂ ਦੂਜਾ ਲਿਖ ਕੇ। ਤੇ ਲਿਖਣ ਦਾ ਹੁਨਰ ਆਪਾਂ ਨੂੰ ਬਹੁਤ ਪਿੱਛੇ ਆਇਆ ਹੋਇਆ ਹੈ। ਤੇ ਪਹਿਲਾਂ ਬੋਲ ਕੇ ਵੀ ਇੱਕ ਦੂਜੇ ਨੂੰ ਗੱਲ ਸਮਝਾਈ ਜਾਂਦੀ ਸੀ, ਪਿੱਛੇ ਲਿਖਣ ਵੀ ਲੱਗੇ ਵੀ ਕਲਾ ਪ੍ਰਚਲਿਤ ਹੋ ਗਈ ਸੀ। ਤੇ ਵੱਖ-ਵੱਖ ਪ੍ਰਾਂਤਾਂ ਦੀਆਂ ਵੱਖ-ਵੱਖ ਬੋਲੀਆਂ ਹੁੰਦੀਆਂ ਹਨ, ਜਿਵੇਂ ਪੰਜਾਬੀ ਦੀ ਬੋਲੀ ਪੰਜਾਬੀ, ਬੰਗਾਲੀ ਦੀ ਬੋਲੀ ਬੰਗਾਲੀ, ਹਿੰਦੀ ਦੀ ਬੋਲੀ ਹਿੰਦੀ। ਇੰਜ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਜਾਂ ਬੋਲੀਆਂ ਬੋਲੀ ਜਾਂਦੀ ਹੈ। ਤੇ ਮੁੱਖ ਤੌਰ ਤੇ ਬੋਲੀ ਜਾਂ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹਨ, ਜਿਵੇਂ ਬੋਲ ਚਾਲ ਦੀ ਭਾषा ਤੇ किताबी भाषा ਜਾਂ टकशाली भाषा जिनको अपने लिख के बोलते हैं। ਤੇ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਜਿਹੜੀ ਭਾਸ਼ਾ ਕਿਸੇ ਇਲਾਕੇ ਦੇ ਲੋਕ ਨਿਤ ਗੱਲਾਂ ਬਾਤਾਂ ਵਿੱਚ ਬੋਲਦੇ ਹਨ, ਉਸ ਨੂੰ ਉਸ ਇਲਾਕੇ ਜਾਂ ਦੇਸ਼ ਦੀ ਬੋਲਚਾਲ ਦੀ ਭਾਸ਼ਾ ਆਖਦੇ ਹਨ। ਦੂਜੀ ਹੁੰਦੀ ਹੈ ਟਕਸ਼ਾਲੀ ਭਾਸ਼ਾ ਜਾਂ ਲਿਖਤੀ ਭਾਸ਼ਾ। ਤੇ ਜਿਹੜੀ ਬੋਲੀ ਸਾਹਿਤਕਾਰ ਅਤੇ ਵਿਦਵਾਨ ਪੁਸਤਕਾਂ, ਅਖਬਾਰਾਂ ਆਦਿ ਦੇ ਲਿਖਣ ਵਿੱਚ ਵਰਤਦੇ ਹਨ, ਉਸ ਨੂੰ ਟਕਸ਼ਾਲੀ ਜਾਂ ਕਿਤਾਬੀ ਭਾਸ਼ਾ ਆਖਦੇ ਹਨ। ਤੇ ਇਹ ਵਿਆਕਰਣ ਦੇ ਨਿਯਮਾਂ ਅਨੁਸਾਰ ਲਿਖੀ ਜਾਂਦੀ ਹੈ, ਤੇ ਇਸ ਲਈ ਇਸ ਨੂੰ ਸਾਹਿਤਕ ਸ਼ੁੱਧਤਾ ਜਾਂ ਠੇਠ ਬੋਲੀ ਵੀ ਆਖਦੇ ਹਨ। ਤੀਜੀ ਹੁੰਦੀ ਹੈ ਮਾਂ ਬੋਲੀ ਜਾਂ ਮਾਤਰ ਭਾਸ਼ਾ ਕਹਿੰਦੇ ਹਨ। ਤੇ ਜਿਹੜੀ ਬੋਲੀ ਬੱਚਾ ਮਾਂ ਦੇ ਦੁੱਧ ਨਾਲ ਹੀ ਸਿੱਖਦਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੀ ਮਾਂ ਦੀਆਂ ਗੱਲਾਂ ਬਾਤਾਂ ਨੂੰ ਸਿੱਖਦਾ ਹੈ, ਜਾਂ ਉਸ ਦੀ ਮਾਤ ਬੋਲੀ ਹੁੰਦੀ ਹੈ। ਜੇ ਹੋਰ ਸਾਡੇ ਨਿੱਕੇ ਵੱਡੇ ਘਰ ਦੇ ਸਦੱਸਿਆ ਬੋਲਦੇ ਉਹਨਾਂ ਨੂੰ ਬੱਚਾ ਬੋਲਣਾ ਸਿੱਖ ਜਾਂਦਾ ਹੈ ਅਤੇ ਉਹਨ ਭਾਸ਼ਾ ਨੂੰ ਉਹ ਸਮਝਣ ਲੱਗ ਜਾਂਦਾ ਹੈ। ਉਹਦੇ ਬਾਅਦ ਚੌਥੀ ਪ੍ਰਕਾਰ ਦੀ ਭਾਸ਼ਾ ਹੁੰਦੀ ਹੈ ਰਾਸ਼ਟਰ ਭਾਸ਼ਾ। ਜਿਹੜੀ ਭਾਸ਼ਾ ਕਿਸੇ ਦੇਸ਼ ਦੀ ਕੇਂਦਰੀ ਭਾਸ਼ਾ ਹੁੰਦੀ ਹੈ, ਜਿਸ ਵਿੱਚ ਸਰਕਾਰੀ ਕਾਰ ਵਿਹਾਰ ਹੁੰਦਾ ਹੈ। ਅਤੇ ਇਹ ਭਾਸ਼ਾ ਕਿਸੇ ਦੇਸ਼ ਦੀ ਬਹੁਜਨ ਸੰਖਿਆ ਦੀ ਭਾਸ਼ਾ ਹੁੰਦੀ ਹੈ। ਇਸ ਨੂੰ ਇਸ ਦੇਸ਼ ਦੀ ਰਾਸ਼ਟਰ ਬੋਲੀ ਜਾਂ ਰਾਸ਼ਟਰੀ ਭਾਸ਼ਾ ਵੀ ਆਖਦੇ ਹਨ, ਜਿਵੇਂ ਸਾਡੇ ਦੇਸ਼ ਦੀ ਰਾਸ਼ਟਰ ਭਾਸ਼ਾ ਹਿੰਦੀ ਹੈ। ਤੇ ਇੰਜ ਬੋਲੀ ਜਾਂ ਭਾਸ਼ਾ ਮੁੱਖ ਤੌਰ 'ਤੇ ਦੋ ਪ੍ਰਕਾਰ 'ਤੇ ਹੁੰਦੀ ਹੈ, ਲੇਕਿਨ ਅੱਡ ਤੌਰ 'ਤੇ ਚਾਰ ਪ੍ਰਕਾਰ ਦੀ ਹੁੰਦੀ ਹੈ। ਤੇ ਇੱਕ ਵਾਰ ਫਿਰ ਸੁਣੋ, ਬੋਲਚਾਲ ਦੀ ਭਾਸ਼ਾ ਜਾਂ ਤੇ ਕਿਤਾਬੀ ਭਾਸ਼ਾ ਜਾਂ ਟਕਸ਼ਾਲੀ ਭਾਸ਼ਾ। ਤੇ ਆਮ ਬੋਲਚਾਲ ਦੀ ਭਾਸ਼ਾ, टकशाली भाषा या लिखित भाषा, माँ बोली या मातृभाषा ਅਤੇ ਰਾਸ਼ਟਰੀ ਭਾਸ਼ਾ। तो आज अपने भाषा बारे ज्ञान प्राप्त करिया। तो ਇਹਦੇ कुछ प्रश्न बनते होंगे हैं, तुसी ये प्रश्न नोट करके ते अपनी अभ्यास पुस्तिका विच लिखने हैं। तो पहला प्रश्न है, बोली या भाषा किसनू आखदे हन? बोली या भाषा किसनू आखदे हन? ते दूजा है, आम बोली ते टकशाली बोली विच की फर्क है? ते मातृभाषा की हुंदी है? ते चौथा प्रश्न है, बोली किन्ने प्रकार दी हुंदी है? यही चार प्रश्न तुहानूं अपनी अभ्यास पुस्तिका विच लिखने हैं। बाकी कल करांगे। धन्यवाद।